Good evening, everyone. How are you? I hope you all are fine at your home. My name is Raghav, and I am a student of DLED second year of HKL College of Education, Guruvar Sahib, Firozpur. Today, I will teach you chapter 5 of class 6 science book, and the name of the chapter is Separation of Substances. ਅੱਜ ਅਸੀਂ ਇਸ ਚੈਪਟਰ ਨੂੰ ਪੂਰੀ ਡਿਟੇਲ ਵਿੱਚ ਪੜ੍ਹਦੇ ਹੋਏ ਇਸ ਦੇ ਕੁਝ ਸਮਰੀ ਅਤੇ ਕੀਵਰਡਸ ਨੂੰ ਵੀ ਵਿਸਤਾਰਪੂਰਵਕ ਪੜ੍ਹਾਂਗੇ। ਸੋ ਲੈਟਸ ਸਟਾਰਟ ਦਾ ਚੈਪਟਰ। ਕਲਾਸ 6 ਸਾਇੰਸ ਚੈਪਟਰ 5 ਸੈਪਰੇਸ਼ਨ ਆਫ ਸਬਸਟੈਂਸਿਸ। ਇਸ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇਸ ਦੀ ਸਮਰੀ ਅਤੇ ਕੁਝ ਕੀਵਰਡਸ ਦਿੱਤੇ ਗਏ ਨੇ, ਉਹਨਾਂ ਨੂੰ ਆਪਾਂ ਪਹਿਲੇ ਵਿਸਤਾਰਪੂਰਵਕ ਸਮਝਾਂਗੇ ਅਤੇ ਇਸ ਨੂੰ ਸਮਝਣ ਦੇ ਨਾਲ ਹੀ ਸਾਡਾ ਅੱਜ ਦਾ ਚੈਪਟਰ ਨੂੰ ਸਮਝਣਾ ਥੋੜ੍ਹਾ ਜਿਹਾ ਆਸਾਨ ਹੋ ਜਾਵੇਗਾ। ਤਾਂ ਚਲਿਏ ਆਪਾਂ ਇਸ ਪਾਠ ਦੀ ਸਮਰੀ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਪਹਿਲਾਂ ਸ਼ੁਰੂਆਤ ਵਿੱਚ ਸਮਰੀ ਵਿੱਚ ਆਪਾਂ ਨੂੰ ਮੈਥਡ ਆਫ ਸੈਪਰੇਸ਼ਨ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਆਪਾਂ ਕੋਈ ਵੀ ਦੋ ਪਦਾਰਥ ਨੂੰ ਇੱਕ ਦੂਜੇ ਨਾਲ ਮਿਲਾ ਦਿੱਤਾ ਜਾਵੇ ਤਾਂ ਉਸ ਨੂੰ ਆਪਾਂ ਵਾਪਸ ਅਲੱਗ-ਅਲੱਗ ਕਿਵੇਂ ਕਰ ਸਕਦੇ ਹਾਂ। ਪਹਿਲਾਂ ਕਹਿੰਦੇ ਹੈ ਹੈਂਡ ਪਿਕਿੰਗ, ਵਿਨੋਇੰਗ, ਸੀਵਿੰਗ, ਸੈਡੀਮੈਂਟੇਸ਼ਨ, ਡੀਕੈਂਟੇਸ਼ਨ ਐਂਡ ਫਿਲਟਰੇਸ਼ਨ ਆਰ ਸਮ ਆਫ ਦਾ ਮੈਥਡਸ ਆਫ ਸੈਪਰੇਟਿੰਗ ਸਬਸਟੈਂਸਿਸ ਫਰੋਮ ਦੇਅਰ ਮਿਕਸਚਰਸ। ਹੈਂਡ ਪਿਕਿੰਗ ਹੁੰਦਾ ਹੈ ਹੱਥ ਨਾਲ ਚੁੱਕਣਾ, ਜਿਵੇਂ ਚਾਵਲ ਸਾਫ਼ ਕਰਨੇ। ਵਿਨੋਇੰਗ ਹੁੰਦਾ ਹੈ ਹਵਾ ਦੀ ਮਦਦ ਨਾਲ ਕਿਸੇ ਵੀ ਚੀਜ਼ ਨੂੰ ਸਾਫ਼ ਕਰਨਾ। ਸੀਵਿੰਗ ਹੁੰਦਾ ਹੈ ਛਾਨਣਾ, ਜਿਵੇਂ ਆਟਾ ਛਾਨਦੇ ਹਾਂ ਆਪਾਂ। ਸੈਡੀਮੈਂਟੇਸ਼ਨ ਹੁੰਦਾ ਹੈ ਜਿਵੇਂ ਪਾਣੀ ਅਤੇ ਮਿੱਟੀ ਆਪਸ ਵਿੱਚ ਘੋਲ ਦਿੱਤੇ ਜਾਣ ਤਾਂ ਮਿੱਟੀ ਥੱਲੇ ਬੈਠ ਜਾਂਦੀ ਹੈ, ਪਾਣੀ ਅਲੱਗ ਹੋ ਜਾਂਦਾ ਹੈ। ਫਿਲਟਰੇਸ਼ਨ ਜਿਵੇਂ ਆਪਾਂ ਚਾਹ ਛਾਨਦੇ ਹਾਂ, ਚਾਹ ਪਾਣੀ ਨਾਲ ਪੱਤੀ ਛਾਨ ਦਿੰਦੇ ਆਪਾਂ, ਚਾਹ ਅਲੱਗ ਹੋ ਜਾਂਦੀ ਹੈ। ਫਿਰ ਡੀਕੈਂਟੇਸ਼ਨ ਵੀ ਸੈਡੀਮੈਂਟੇਸ਼ਨ ਤਰ੍ਹਾਂ ਹੀ ਹੈ। ਡੀਕੈਂਟੇਸ਼ਨ ਵਿੱਚ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਣਾ। ਐਗਜ਼ਾਮਪਲ ਮਤਲਬ ਹੁੰਦਾ ਹੈ ਉਦਾਹਰਨ ਦੇ ਤੌਰ 'ਤੇ ਜਿਵੇਂ ਤੁਸੀਂ ਦਾਲ ਬਣਾਉਣੀ ਹੈ, ਪਹਿਲਾਂ ਦਾਲ ਨੂੰ ਕਿਸੇ ਪਤੀਲੇ ਵਿੱਚ ਪਾਓਗੇ, ਉਸ ਤੋਂ ਬਾਅਦ ਪਾਣੀ ਪਾਓਗੇ, ਕਿਉਂਕਿ ਆ ਦਾਲ ਦੇ ਉੱਤੇ ਕਈ ਸਾਰੀ ਮਿੱਟੀ ਲੱਗੀ ਜਾਂਦੀ ਹੈ, ਆਪਾਂ ਸਾਫ਼ ਕਰਕੇ ਬਣਾਉਣੀ ਪੈਂਦੀ ਹੈ। ਫਿਰ ਜਦੋਂ ਆਪਾਂ ਸਾਰਾ ਕੁਛ ਪਤੀਲੇ ਵਿੱਚ ਦਾਲ ਪਾ ਕੇ ਉਸ ਤੋਂ ਪਾਣੀ ਪਾ ਕੇ ਘੋਲ ਦੇਵਾਂਗੇ ਤਾਂ ਜਿਹੜੀ ਦਾਲ ਦੇ ਉੱਤੇ ਮਿੱਟੀ ਹੈ ਉਹ ਅਲੱਗ ਹੋ ਜਾਏਗੀ ਦਾਲ ਤੋਂ, ਅਤੇ ਆਪਾਂ ਫਿਰ ਮਿੱਟੀ ਵਾਲਾ ਪਾਣੀ ਕੱਢ ਦਾਂਗੇ ਅਤੇ ਨਾਲ ਆਪਾਂ ਪਾਣੀ ਵੀ ਕੱਢਿਆ, ਮਿੱਟੀ ਵੀ ਕੱਢੀ। ਉਸ ਨੂੰ ਡੀਕੈਂਟੇਸ਼ਨ ਕਹਿੰਦੇ ਹੈ। ਅੱਗੇ ਕਹਿੰਦੇ ਆ ਹਸਕ ਐਂਡ ਸਟੋਨਸ ਕੁਡ ਬੀ ਸੈਪਰੇਟਡ ਫਰੋਮ ਗ੍ਰੇਨਸ ਬਾਏ ਹੈਂਡ ਪਿਕਿੰਗ। ਜਿਹੜਾ ਛੋਟੇ ਛੋਟੇ ਕੰਕੜ ਹੁੰਦੇ ਆ, ਪੱਥਰ ਹੁੰਦੇ ਆ, ਉਸ ਨੂੰ ਆਪਾਂ ਫਸਲਾਂ ਵਿੱਚੋਂ, ਫਸਲ ਜਿਵੇਂ ਕਣਕ ਜਾਂ ਚਾਵਲ ਵਿੱਚੋਂ ਆਪਾਂ ਹੱਥ ਨਾਲ ਚੁੱਕ ਕੇ ਸਾਫ਼ ਕਰ ਸਕਦੇ ਹਾਂ। ਅੱਗੇ ਕਹਿੰਦੇ ਆ ਹਸਕ ਇਜ਼ ਸੈਪਰੇਟਡ ਫਰੋਮ ਹੈਵੀਅਰ ਸੀਡਸ ਆਫ ਗ੍ਰੇਨ ਬਾਏ ਵਿਨੋਇੰਗ। ਵਿਨੋਇੰਗ ਤੁਹਾਨੂੰ ਚਿੱਤਰ ਦੇਖ ਕੇ ਜਲਦੀ ਸਮਝ ਆ ਜਾਏਗਾ। ਜਿਹੜੀ ਹਸਕ ਹੁੰਦੀ ਹੈ, ਜਿਹੜਾ ਘਾਸ ਫੂਸ ਜਾਂ ਜਿਹੜਾ ਕਣਕ ਵਿੱਚ ਫਸਿਆ ਹੁੰਦਾ ਹੈ, ਛੋਟੇ ਛੋਟੇ ਜਿਹੇ ਦਾਣੇ ਨਹੀਂ ਹੁੰਦੇ, ਉਹ ਹਲਕੇ ਹੁੰਦੇ ਆ ਅਤੇ ਉਸ ਨੂੰ ਆਪਾਂ ਵਿਨੋਇੰਗ ਦੇ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ। ਵਿਨੋਇੰਗ ਵਿੱਚ ਹਵਾ ਨਾਲ ਸਾਫ਼ ਕਰਨਾ ਹੁੰਦਾ ਹੈ। ਜਿਵੇਂ ਇੱਕ ਮੰਜੇ ਦੇ ਉੱਤੇ ਰੱਖ ਦਿੱਤਾ ਅਤੇ ਹਵਾ ਦੇਣੀ ਸ਼ੁਰੂ ਕਰ ਦਿੱਤੀ ਪੱਖੇ ਨਾਲ, ਅਤੇ ਜਿਹੜੇ ਹਲਕਾ ਪਾਰਟੀਕਲਸ ਹੈਗੇ, ਹਲਕੇ ਪਦਾਰਥ ਹੈਗੇ ਨੇ, ਉੱਡ ਜਾਣਗੇ। ਇਸ ਤਰ੍ਹਾਂ ਜਿਹੜੀ ਗ੍ਰੇਨਸ ਨੇ ਉਹ ਸਾਫ਼ ਹੋ ਜਾਣਗੀਆਂ। ਅੱਗੇ ਕਹਿੰਦੇ ਹੈ ਡਿਫਰੈਂਸ ਇਨ ਦਾ ਸਾਈਜ਼ ਆਫ ਪਾਰਟੀਕਲਸ ਇਨ ਮਿਕਸਚਰ ਇਜ਼ ਯੂਟੀਲਾਈਜ਼ਡ ਟੂ ਸੈਪਰੇਟ ਦੈਮ ਬਾਏ ਦਾ ਪ੍ਰੋਸੈਸ ਆਫ ਸੀਵਿੰਗ ਐਂਡ ਫਿਲਟਰੇਸ਼ਨ। ਸੀਵਿੰਗ ਤੁਹਾਨੂੰ ਦੱਸਿਆ ਹੀ ਹੈ, ਜਿਵੇਂ ਆਟਾ ਛਾਨਣਾ। ਫਿਲਟਰੇਸ਼ਨ ਜਿਵੇਂ ਚਾਹ ਛਾਨਣੀ, ਕਿਉਂਕਿ ਉਸ ਵਿੱਚ ਮੋਟਾ ਮੋਟਾ ਜਿਹੜਾ ਪਾਰਟੀਕਲਸ ਹੁੰਦੇ ਹਨ ਉਸ ਨੂੰ ਆਪਾਂ ਅਲੱਗ ਕਰ ਦਿੰਦੇ ਹਾਂ। ਇਨ ਅ ਮਿਕਸਚਰ ਆਫ ਸੈਂਡ ਐਂਡ ਵਾਟਰ ਦਾ ਹੈਵੀਅਰ ਸੈਂਡ ਪਾਰਟੀਕਲ ਸੈਟਲ ਡਾਊਨ ਐਟ ਦਾ ਬੋਟਮ ਐਂਡ ਦਾ ਵਾਟਰ ਕੈਨ ਬੀ ਸੈਪਰੇਟਡ ਬਾਏ ਡੀਕੈਂਟੇਸ਼ਨ। ਜਿਹੜਾ ਮਿੱਟੀ ਅਤੇ ਪਾਣੀ ਦਾ ਘੋਲ ਹੁੰਦਾ ਹੈ, ਅਤੇ ਮਿੱਟੀ ਭਾਰੀ ਹੁੰਦੀ ਹੈ ਪਾਣੀ ਤੋਂ, ਉਹ ਗਲਾਸ ਦੇ ਥੱਲੇ ਬੈਠ ਜਾਂਦੀ ਹੈ ਅਤੇ ਪਾਣੀ ਨੂੰ ਆਪਾਂ ਡੀਕੈਂਟੇਸ਼ਨ ਦੇ ਪ੍ਰੋਸੈਸ ਨਾਲ ਸੈਪਰੇਟ ਕਰ ਸਕਦੇ ਹਾਂ। ਮਤਲਬ ਪਾਣੀ ਨੂੰ ਆਪਾਂ ਗਲਾਸ ਤੋਂ ਬਾਹਰ ਕੱਢ ਦਾਂਗੇ, ਮਿੱਟੀ ਥੱਲੇ ਦੀ ਥੱਲੇ ਰਹਿ ਜਾਏਗੀ। ਫਿਲਟਰੇਸ਼ਨ ਕੈਨ ਬੀ ਯੂਜ਼ਡ ਟੂ ਸੈਪਰੇਟ ਕੰਪੋਨੈਂਟਸ ਆਫ ਮਿਕਸਚਰ ਆਫ ਐਨ ਇਨਸੋਲੂਬਲ ਸੋਲਿਡ ਐਂਡ ਲਿਕੁਇਡ। ਕੀ ਕਹਿੰਦੇ ਆ
ਫਿਲਟਰੇਸ਼ਨ ਤੁਹਾਨੂੰ ਦੱਸਿਆ ਹੀ ਹੈ, ਚਾਹ ਨੂੰ ਛਾਨਣਾ। ਸੈਪਰੇਟ ਕੰਪੋਨੈਂਟਸ ਆਫ ਐਨ ਮਿਕਸਚਰ ਆਫ ਐਨ ਇਨਸੋਲਿਊਬਲ ਸੋਲਿਡ ਐਂਡ ਲਿਕੁਇਡ। ਜਿਵੇਂ ਚਾਹ ਬਣਾਉਂਦੇ ਆ, ਜਿਹੜੀ ਚਾਹ ਪੱਤੀ ਹੁੰਦੀ ਹੈ, ਜਦੋਂ ਆਪਾਂ ਚਾਹ ਛਾਨਣੀ ਹੁੰਦੀ ਹੈ, ਪੱਤੀ ਖੰਡ ਤੱਕ ਘੁਲ ਜਾਂਦੀ ਹੈ, ਪੱਤੀ ਨਹੀਂ ਘੁਲਦੀ ਨਾ, ਅਤੇ ਇਨਸੋਲਿਊਬਲ ਸੋਲਿਡ ਉਹੀ ਹੁੰਦੇ ਆ ਜਿਹੜੇ ਪਾਣੀ ਵਿੱਚ ਨਹੀਂ ਘੁਲਦੇ। ਉਸ ਨੂੰ ਆਪਾਂ ਚਾਹ ਪਾਣੀ ਨਾਲ ਛਾਨ ਕੇ ਪੱਤੀ ਅਲੱਗ ਕਰ ਦਾਂਗੇ, ਪੱਤੀ ਚਾਹ ਛਾਨਣੀ ਦੇ ਵਿੱਚ ਰਹਿ ਜਾਏਗੀ ਅਤੇ ਚਾਹ ਥੱਲੇ ਗਲਾਸ ਵਿੱਚ ਆ ਜਾਏਗੀ। ਅੱਗੇ ਹੈ ਇਵੈਪੋਰੇਸ਼ਨ ਇਜ਼ ਦਾ ਪ੍ਰੋਸੈਸ ਇਨ ਵਿਚ ਲਿਕੁਇਡ ਗੈਟਸ ਕਨਵਰਟਿਡ ਇਨਟੂ ਇਟਸ ਵੇਪਰ। ਇਵੈਪੋਰੇਸ਼ਨ ਉਹ ਪ੍ਰਕਿਰਿਆ ਹੈ ਜਿਹਦੇ ਵਿੱਚ ਪਾਣੀ ਨੂੰ ਗਰਮ ਕਰਨ ਨਾਲ ਪਾਣੀ ਭਾਫ਼ ਬਣਨਾ ਸ਼ੁਰੂ ਹੋ ਜਾਂਦਾ ਹੈ, ਵੇਪਰਸ ਬਣਨ ਲੱਗ ਜਾਂਦਾ ਹੈ, ਅਤੇ ਇਸ ਨੂੰ ਹੀ ਇਵੈਪੋਰੇਸ਼ਨ ਕਹਿੰਦੇ ਹਨ। ਇਵੈਪੋਰੇਸ਼ਨ ਕੈਨ ਬੀ ਯੂਜ਼ ਟੂ ਸੈਪਰੇਟ ਅ ਸੋਲਿਡ ਡਿਜ਼ੋਲਵ ਇਨ ਅ ਲਿਕੁਇਡ। ਇਵੈਪੋਰੇਸ਼ਨ ਦੇ ਪ੍ਰੋਸੈਸ ਨੂੰ ਜਿਹੜਾ ਹੈਗਾ ਉਸ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਜਿਵੇਂ ਪਾਣੀ ਦੇ ਵਿੱਚ ਨਮਕ ਘੋਲ ਦਿੱਤਾ ਅਤੇ ਪਾਣੀ ਨੂੰ ਗਰਮ ਕਰਨਾ ਸ਼ੁਰੂ ਕਰ ਦਿੱਤਾ, ਪਾਣੀ ਦਾ ਭਾਫ਼ ਬਣ ਕੇ ਉੱਡ ਜਾਏਗਾ ਅਤੇ ਨਮਕ ਰਹਿ ਜਾਏਗਾ। ਇਸ ਤਰ੍ਹਾਂ ਪਾਣੀ ਅਤੇ ਨਮਕ ਨੂੰ ਅਲੱਗ ਕਰ ਸਕਦੇ ਹਾਂ। ਅੱਗੇ ਕਹਿੰਦੇ ਸੈਚੂਰੇਟਿਡ ਸੋਲਿਊਸ਼ਨ ਇਜ਼ ਵਨ ਇਨ ਵਿਚ no more of that substance can be dissolved। ਕਹਿਣ ਤੋਂ ਭਾਵ ਸੈਚੂਰੇਟਿਡ ਸੋਲਿਊਸ਼ਨ ਉਸ ਹੁੰਦਾ ਹੈ ਜਿਸ ਵਿੱਚ ਹੋਰ ਜ਼ਿਆਦਾ ਸੋਲੂਬਲ ਘੁਲ ਨਹੀਂ ਸਕਦਾ। ਜਿਵੇਂ ਤੁਸੀਂ ਇੱਕ ਗਲਾਸ ਵਿੱਚ ਪਾਣੀ ਲੈ ਲਿਆ ਅਤੇ ਉਸ ਵਿੱਚ 1 ਚਮਚ ਖੰਡ ਘੋਲ ਦਿੱਤੀ, ਉਸ ਤੋਂ ਬਾਅਦ ਤੁਹਾਡਾ ਦਿਲ ਕੀਤਾ ਮੈਂ ਹੋਰ ਘੋਲਣੀ ਹੈ, ਤੁਸੀਂ ਹੋਰ ਘੋਲ ਦਿੱਤੀ, ਘੋਲੀ ਗਏ ਅਤੇ ਫਿਰ ਇੱਕ ਸਮਾਂ ਇਹ ਵੀ ਆਏਗਾ ਕਿ ਖੰਡ ਘੁਲਣੀ ਬੰਦ ਹੋ ਜਾਏਗੀ। ਆਪਾਂ ਪਾਣੀ ਵਿੱਚ ਖੰਡ ਘੋਲੀ ਜਾ ਰਹੇ ਹਾਂ, ਪਾਣੀ ਨੂੰ ਉਬਾਲ ਹੀ ਨਹੀਂ ਰਹੇ, ਐਵੇਂ ਠੰਡੇ ਪਾਣੀ 'ਚ ਘੋਲੀ ਜਾਂਦੇ ਹਾਂ ਤਾਂ ਉਹ ਖੰਡ ਨਹੀਂ ਘੁਲੇਗੀ। ਤਾਂ ਜਿਹੜਾ ਉਹ ਘੋਲ ਬਣੇਗਾ ਉਸ ਨੂੰ ਆਪਾਂ ਸੈਚੂਰੇਟਿਡ ਸੋਲਿਊਸ਼ਨ ਕਹਿੰਦੇ ਹਾਂ। ਸਿੱਧਾ ਮੇਨ ਲਾਈਨ 'ਚ ਗਈ ਹੈ ਉਹ ਸੋਲਿਊਸ਼ਨ ਜਿਸ ਵਿੱਚ ਕੋਈ ਵੀ ਸੋਲਿਡ ਘੁਲਣਾ ਬੰਦ ਹੋ ਜਾਵੇ ਜਾਂ ਉਸਦਾ ਕਪੈਸਿਟੀ ਖਤਮ ਹੋ ਜਾਵੇ ਉਸ ਸੋਲਿਊਸ਼ਨ ਦੀ ਕਿਸੇ ਵੀ ਚੀਜ਼ ਨੂੰ ਘੋਲਣ ਦੀ, ਉਹ ਸੈਚੂਰੇਟਿਡ ਸੋਲਿਊਸ਼ਨ ਹੁੰਦਾ ਹੈ। ਅੱਗੇ ਕਹਿੰਦੇ ਮੋਰ ਆਫ ਸਬਸਟਾਂਸ ਕੈਨ ਬੀ ਡਿਜ਼ੋਲਵਡ ਇਨ ਅ ਸੋਲਿਊਸ਼ਨ ਬਾਈ ਹੀਟਿੰਗ ਇਟ। ਕਿਸੇ ਵੀ ਸੋਲਿਊਸ਼ਨ ਵਿੱਚ ਕੋਈ ਹੋਰ ਪਦਾਰਥ ਘੋਲਣਾ ਹੋਵੇ ਤਾਂ ਉਸਨੂੰ ਆਪਾਂ ਗਰਮ ਕਰਕੇ ਘੋਲ ਸਕਦੇ ਹਾਂ। ਜਿਵੇਂ ਇਹ ਪਾਣੀ ਅਤੇ ਖੰਡ ਦੀ ਐਗਜ਼ਾਮਪਲ ਲੈ ਲਓ। ਹੁਣ ਜਿਹੜਾ ਸੋਲਿਊਸ਼ਨ ਸੀ ਉਹਦੇ ਵਿੱਚ ਖੰਡ ਘੁਲਣੀ ਬੰਦ ਹੋ ਗਈ ਸੀ ਨਾ, ਅਤੇ ਜੇ ਆਪਾਂ ਇਹ ਸੋਲਿਊਸ਼ਨ ਨੂੰ ਹੀਟ ਕਰਾਂਗੇ, ਉਹਦੇ ਵਿੱਚ ਖੰਡ ਪਾ ਦਾਂਗੇ, ਉਹ ਘੁਲਣੀ ਸਟਾਰਟ ਹੋ ਜਾਏਗੀ। ਤਾਂ ਜਿਹੜਾ ਉਹ ਸੈਚੂਰੇਟਿਡ ਸੋਲਿਊਸ਼ਨ ਨਹੀਂ ਰਹੇਗਾ, ਉਹ ਕਿਹੜਾ ਸੋਲਿਊਸ਼ਨ ਬਣ ਜਾਏਗਾ? ਅਨਸੈਚੂਰੇਟਿਡ ਸੋਲਿਊਸ਼ਨ। ਅੱਗੇ ਕਹਿੰਦੇ ਵਾਟਰ ਡਿਜ਼ੋਲਵ ਡਿਫਰੈਂਟ ਅਮਾਊਂਟ ਆਫ ਸੋਲਿਊਬਲ ਸਬਸਟੈਂਸਿਸ ਇਨ ਇਟ। ਜਿਹੜਾ ਪਾਣੀ ਹੈ, ਪਾਣੀ ਦੇ ਵਿੱਚ ਕਈ ਤਰ੍ਹਾਂ ਦੀ ਚੀਜ਼ਾਂ ਘੋਲੀਆਂ ਜਾ ਸਕਦੀਆਂ ਹਨ। ਐਵੇਂ ਵੀ ਹੋ ਸਕਦਾ ਕਿ ਖੰਡ ਜ਼ਿਆਦਾ ਘੁਲ ਜਾਵੇ ਅਤੇ ਨਮਕ ਘੱਟ ਘੁਲੇ। ਅੱਗੇ ਕੁਝ ਕੀਵਰਡਸ ਨੇ। ਪਹਿਲਾ ਵਰਡ ਹੈ ਚਰਨਿੰਗ। ਕਿਸੇ ਚੀਜ਼ ਨੂੰ ਚਰਨਿੰਗ ਦਾ ਮਤਲਬ ਹੈ ਕਿਸੇ ਚੀਜ਼ ਨੂੰ ਤੋੜਨਾ ਜਾਂ ਛੋਟੇ ਛੋਟੇ ਟੁਕੜੇ ਕਰਨਾ। ਕੰਡੈਂਸੇਸ਼ਨ ਹੁੰਦਾ ਹੈ। ਕੰਡੈਂਸੇਸ਼ਨ ਅਤੇ ਜਿਹੜਾ ਇਵੈਪੋਰੇਸ਼ਨ ਹੈ ਉਸ ਨੂੰ ਆਪਾਂ ਨਾਲ ਸਮਝਾਂਗੇ, ਕਿਉਂਕਿ ਕੰਡੈਂਸੇਸ਼ਨ ਅਤੇ ਇਵੈਪੋਰੇਸ਼ਨ ਦਾ ਪ੍ਰੋਸੈਸ ਇੱਕੋ ਨਾਲ ਚੱਲਦਾ ਹੈ। ਕੰਡੈਂਸੇਸ਼ਨ ਉਹ ਹੁੰਦੀ ਹੈ ਜਦੋਂ ਪਾਣੀ ਨੂੰ ਆਪਾਂ ਗਰਮ ਕੀਤਾ, ਉਹ ਭਾਫ਼ ਬਣ ਕੇ ਉੱਡ ਗਿਆ, ਅਤੇ ਜਿਹੜੀ ਉਹ ਭਾਫ਼ ਬਣੀ ਸੀ ਉਸ ਨੂੰ ਕਿਸੇ ਇੱਕ ਬਰਤਨ ਵਿੱਚ ਜਾਂ ਕਿਸੇ ਗਲਾਸ ਵਿੱਚ ਇਕੱਠਾ ਕਰਕੇ ਉਸ ਨੂੰ ਠੰਡਾ ਕੀਤਾ ਜਾਵੇ ਕਿਸੇ ਪ੍ਰੋਸੈਸ ਨਾਲ। ਉਸ ਨੂੰ ਠੰਡਾ ਕਰਕੇ ਜਿਹੜਾ ਭਾਫ਼ ਬਣੀ ਸੀ ਉਸ ਨੂੰ ਠੰਡਾ ਕਰਕੇ ਵਾਪਸ ਪਾਣੀ ਬਣਾਇਆ ਜਾਂਦਾ ਹੈ, ਤਾਂ ਉਸ ਪ੍ਰੋਸੈਸ ਨੂੰ ਕੰਡੈਂਸੇਸ਼ਨ ਕਹਿੰਦੇ ਹਨ। ਅਤੇ ਜਿਹੜਾ ਅੱਗੇ ਇਵੈਪੋਰੇਸ਼ਨ ਲਿਖਿਆ, ਜਦੋਂ ਪਾਣੀ ਨੂੰ ਗਰਮ ਕਰਕੇ ਭਾਫ਼ ਬਣਾਇਆ ਜਾਂਦਾ ਹੈ, ਉਹ ਪ੍ਰੋਸੈਸ ਜਿਹੜਾ ਹੈ ਇਵੈਪੋਰੇਸ਼ਨ ਹੁੰਦਾ ਹੈ। ਡੀਕੰਡੀਸ਼ਨ ਬਾਅਦ 'ਚ ਪੜ੍ਹਾਂਗੇ। ਫਿਲਟਰੇਸ਼ਨ ਤੁਹਾਨੂੰ ਦੱਸਿਆ ਹੀ ਹੈ, ਚਾਹ ਦੇ ਵਿੱਚੋਂ ਪੱਤੀ ਅਲੱਗ ਕਰਨਾ। ਹੈਂਡ ਪਿਕਿੰਗ ਹੱਥ ਨਾਲ ਚੁਗਣਾ। ਸੈਚੂਰੇਟਿਡ ਸੋਲਿਊਸ਼ਨ ਤੁਹਾਨੂੰ ਸਮਝਾ ਹੀ ਦਿੱਤਾ, ਉਹ ਸੋਲਿਊਸ਼ਨ ਹੁੰਦਾ ਹੈ ਜਿਸ ਵਿੱਚ ਕੋਈ ਵੀ ਸਬਸਟਾਂਸ ਘੁਲਣਾ ਬੰਦ ਹੋ ਜਾਵੇ। ਸੈਡੀਮੈਂਟੇਸ਼ਨ ਅੱਗੇ ਪੜ੍ਹਾਂਗੇ। ਸੀਵਿੰਗ ਆਟਾ ਛਾਨਣਾ। ਸੋਲਿਊਸ਼ਨ ਉਹੀ ਸੋਲਿਊਸ਼ਨ ਜਿਸ ਵਿੱਚ ਇੱਕ ਪਾਣੀ ਹੈ, ਪਾਣੀ ਸਿੰਪਲ ਹੈ, ਪਾਣੀ ਦੇ ਵਿੱਚ ਆਪਾਂ ਨਮਕ ਜਾਂ ਖੰਡ ਘੋਲ ਦਿੱਤੀ, ਘੋਲਣ ਤੋਂ ਬਾਅਦ ਜਿਹੜਾ ਉਹ ਪਾਣੀ ਬਣੇਗਾ ਉਸ ਨੂੰ ਸੋਲਿਊਸ਼ਨ ਕਿਹਾ ਜਾਂਦਾ ਹੈ। ਥ੍ਰੈਸ਼ਿੰਗ ਵਿਨੋਇੰਗ ਹੈਗੀ ਆਪਾਂ ਫੋਟੋ ਦੇਖ ਕੇ ਦੇ ਨਾਲ ਤੁਹਾਨੂੰ ਉਹਨਾਂ ਦੀ ਡੈਫੀਨੇਸ਼ਨ ਵੀ ਦੱਸਾਂਗੇ, ਜਿਸ ਨਾਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗੀ। ਪਹਿਲੇ ਆਪਾਂ ਕਰਦੇ ਹਾਂ ਥ੍ਰੈਸ਼ਿੰਗ।
The process that is used to separate grain from stalks etc. is threshing. In this process the stalks are beaten to free the grain seeds. ਇਸ ਤੋਂ ਭਾਵ ਹੈ ਉਹ ਪ੍ਰਕਿਰਿਆ ਜਿਹੜੀ ਦਾਣਿਆਂ ਨੂੰ ਦਾਣਿਆਂ ਤੋਂ ਵੱਖ ਕਰਨ ਲਈ ਵਰਤੀ ਜਾਂਦੀ ਹੈ ਉਸ ਨੂੰ ਥ੍ਰੈਸ਼ਿੰਗ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਦਾਣੇ ਦੇ ਬੀਜਾਂ ਨੂੰ ਮੁਕਤ ਕਰਨ ਲਈ ਜਾਂ ਅਲੱਗ ਕਰਨ ਲਈ ਡੰਡਿਆਂ ਨੂੰ ਕੁੱਟਿਆ ਜਾਂਦਾ ਹੈ। ਅੱਗੇ ਹੈ ਵਿਨੋਇੰਗ। This method of separating components of mixture is called winnowing. Winnowing is used to separate heavier and lighter components of mixture by wind or by blowing air. ਇਹ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ, ਤੁਸੀਂ ਫੋਟੋ ਦੇਖ ਕੇ ਹੁਣ ਤੁਹਾਨੂੰ ਸਮਝ ਆ ਹੀ ਗਿਆ ਹੋਏਗਾ, ਤੁਸੀਂ ਦੇਖਿਆ ਵੀ ਹੋਏਗਾ ਐਵੇਂ ਕਰਦੇ ਹੋਏ। ਵਿਨੋਇੰਗ ਦੇ ਵਿੱਚ ਜਿਹੜੇ ਹੈਵੀਅਰ ਅਤੇ ਲਾਈਟਰ ਕੰਪੋਨੈਂਟਸ ਨੇ, ਲਾਈਟਰ ਨੂੰ ਤਾਂ ਆਪਾਂ ਹਵਾ ਨਾਲ ਉਡਾ ਦਿੰਦੇ ਹਾਂ ਅਤੇ ਉਹ ਜਿਹੜੇ ਇਸ ਦਾ ਮਤਲਬ ਕਿ ਜਿਹੜੇ ਲਾਈਟਰ ਕੰਪੋਨੈਂਟ ਸੀ, ਜਿਹੜਾ ਕੂੜਾ ਕਰਕਟ ਸੀ ਵਿੱਚ, ਉਹ ਮਿਕਸਚਰ ਵਿੱਚੋਂ ਅਲੱਗ ਹੋ ਜਾਏਗਾ, ਹੈਵੀਅਰ ਥੱਲੇ ਰਹਿ ਜਾਏਗਾ। ਅੱਗੇ ਹੈ ਸੈਡੀਮੈਂਟੇਸ਼ਨ। When the heavier component in a mixture settle after water is added to it, the process is called sedimentation. ਉਹੀ ਸੈਂਡ ਅਤੇ ਵਾਟਰ ਵਾਲੀ ਐਗਜ਼ਾਮਪਲ, ਪਾਣੀ ਦੇ ਵਿੱਚ ਸੈਂਡ ਪਾ ਘੋਲਾਂਗੇ, ਉਹ ਸੈਂਡ ਘੁਲੇਗੀ ਨਹੀਂ ਕਿਉਂਕਿ ਜਿਹੜੀ ਸੈਂਡ ਹੈ ਉਹ ਪਾਣੀ ਤੋਂ ਭਾਰੀ ਹੈ, ਉਹ ਜਿਹੜੀ ਹੈ ਪਾਣੀ ਦੇ ਥੱਲੇ ਬੈਠ ਜਾਏਗੀ, ਪਾਣੀ ਨੂੰ ਆਪਾਂ ਅਲੱਗ ਕਰ ਲਾਂਗੇ। ਅੱਗੇ ਕਹਿੰਦੇ ਆ ਵੈਨ ਦਾ ਵਾਟਰ ਇਜ਼ ਰਿਮੂਵਡ ਅਲੋਂਗ ਵਿਦ ਦਾ ਡਸਟ, ਜਿਹੜਾ ਉਸ ਵਿੱਚੋਂ ਜਿਹੜਾ ਪਾਣੀ ਵਿੱਚ ਸੈਂਡ ਘੁਲੀ ਸੀ, ਘੁਲੀ ਨਹੀਂ ਸੀ ਨਾ, ਉਹ ਥੱਲੇ ਬੈਠ ਗਈ ਸੀ ਕਿਉਂਕਿ ਉਹ ਭਾਰੀ ਸੀ। ਜਿਹੜੇ ਉਹਦੇ ਸੈਂਡ ਵਿੱਚ ਛੋਟੇ ਛੋਟੇ ਪਾਰਟੀਕਲਸ ਹੋਣਗੇ, ਹਲਕੇ ਪਾਰਟੀਕਲਸ ਹੋਣਗੇ, ਜਦੋਂ ਆਪਾਂ ਪਾਣੀ ਰਿਮੂਵ ਕਰਾਂਗੇ, ਪਾਣੀ ਨੂੰ ਬਾਹਰ ਕੱਢਾਂਗੇ ਉਸ ਪਤੀਲੇ ਤੋਂ, ਅਤੇ ਜਿਹੜੇ ਛੋਟੇ ਛੋਟੇ ਡਸਟ ਹੈ, ਪਾਰਟੀਕਲਸ ਨੇ, ਛੋਟੇ ਛੋਟੇ ਟੁਕੜੇ ਨੇ, ਉਹ ਵੀ ਪਾਣੀ ਦੇ ਨਾਲ ਬਾਹਰ ਆ ਜਾਣਗੇ। ਇਸ ਤਰ੍ਹਾਂ ਦੋ ਚੀਜ਼ਾਂ ਆਪਾਂ ਅਲੱਗ ਕਰ ਦਿੱਤੀਆਂ, ਅਤੇ ਇਸ ਪ੍ਰੋਸੈਸ ਨੂੰ ਕੀ ਕਹਿੰਦੇ ਆ, ਡੀਕੈਂਟੇਸ਼ਨ। ਅਤੇ ਜਿਹੜਾ ਸੇਮ ਪ੍ਰਿੰਸੀਪਲ ਜਿਹੜਾ ਯੂਜ਼ ਹੁੰਦਾ ਹੈ ਉਹ ਤੇਲ ਅਤੇ ਪਾਣੀ ਨੂੰ ਅਲੱਗ ਕਰਨ ਵਾਸਤੇ ਵੀ ਯੂਜ਼ ਹੁੰਦਾ ਹੈ। ਕੀ ਕਹਿੰਦੇ ਆ, ਦ ਸੇਮ ਪ੍ਰਿੰਸੀਪਲ ਇਜ਼ ਯੂਜ਼ਡ ਫॉर ਸੈਪਰੇਟਿੰਗ ਅ ਮਿਕਸਚਰ ਆਫ ਦ ਲਿਕੁਇਡਸ ਦੈਟ ਡੂ ਨਾਟ ਮਿਕਸ ਇਟ ਵਿਦ ਈਚ ਅਦਰ। ਅਤੇ ਇਹੀ ਸੇਮ ਗੱਲ ਉੱਥੇ ਯੂਜ਼ ਹੁੰਦੀ ਹੈ ਜਿੱਥੇ ਦੋ ਲਿਕੁਇਡ ਸਬਸਟਾਂਸ ਜਿਹੜੇ ਹੁੰਦੇ ਆ, ਲਿਕੁਇਡ ਪਦਾਰਥ ਹੁੰਦੇ ਆ, ਉਹ ਆਪਸ ਵਿੱਚ ਮਿਕਸ ਨਹੀਂ ਹੁੰਦੇ। ਜਿਵੇਂ ਆਪਾਂ ਸੁਣਿਆ ਹੀ ਹੈ, ਤੇਲ ਅਤੇ ਪਾਣੀ ਆਪਸ ਵਿੱਚ ਮਿਕਸ ਨਹੀਂ ਹੁੰਦੇ। ਤੇਲ ਜਿਹੜਾ ਪਾਣੀ ਦੇ ਉੱਤੇ ਆ ਕੇ ਤੈਰਨ ਲੱਗ ਜਾਂਦਾ ਹੈ, ਲਾਈਟ ਲਸ਼ਕੋਰ ਜੀ ਮਾਰਨ ਲੱਗ ਜਾਂਦਾ ਹੈ, ਤਾਂ ਉਸ ਨੂੰ ਆਪਾਂ ਅਲੱਗ ਕਰ ਸਕਦੇ ਹਾਂ। ਅੱਗੇ ਇਵੈਪੋਰੇਸ਼ਨ ਦੀ ਡੈਫੀਨੇਸ਼ਨ। ਦ ਪ੍ਰੋਸੈਸ ਆਫ ਕਨਵਰਸ਼ਨ ਆਫ ਵਾਟਰ ਇਨਟੂ ਇਟਸ ਵੇਪਰ ਇਜ਼ ਕਾਲਡ ਇਵੈਪੋਰੇਸ਼ਨ। ਤੁਹਾਨੂੰ ਸਮਝ ਆਏਗੀ ਹੋਏਗੀ। ਅੱਗੇ ਕੰਡੈਂਸੇਸ਼ਨ। ਦ ਪ੍ਰੋਸੈਸ ਆਫ ਕਨਵਰਸ਼ਨ ਆਫ ਵਾਟਰ ਵੇਪਰ ਇਨਟੂ ਇਟਸ ਲਿਕੁਇਡ ਫੋਰਮ ਇਜ਼ ਕਾਲਡ ਕੰਡੈਂਸੇਸ਼ਨ। ਇਹ ਤੁਹਾਨੂੰ ਪਤਾ ਲੱਗ ਹੀ ਚੁੱਕਿਆ, ਭਾਫ਼ ਨੂੰ ਠੰਡਾ ਕਰਕੇ ਪਾਣੀ ਬਣਾਉਣ ਦੀ ਪ੍ਰਕਿਰਿਆ ਨੂੰ ਕੰਡੈਂਸੇਸ਼ਨ ਕਹਿੰਦੇ ਆ। ਅੱਗੇ ਕੁਝ ਸੈਚੂਰੇਟਿਡ ਸੋਲਿਊਸ਼ਨ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ, ਤੁਹਾਨੂੰ ਮੈਂ ਚੰਗੀ ਤਰ੍ਹਾਂ ਬਹੁਤ ਡਿਟੇਲ ਨਾਲ ਸਮਝਾ ਦਿੱਤੀ ਹੈ। ਅਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਚੈਪਟਰ ਹੈ ਕੰਪਲੀਟ ਹੋ ਚੁੱਕਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਪੜ੍ਹਾਇਆ ਪਸੰਦ ਆਇਆ ਹੋਏਗਾ। ਜੇ ਪਸੰਦ ਆਇਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਸੋ ਗਾਈਜ਼, ਥੈਂਕਸ ਫॉर ਵਾਚਿੰਗ। ਹੈਵ ਅ ਨਾਈਸ ਡੇ।